ਬੀਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਕੈਨੇਡਾ ਵੱਲ ਵੱਧ ਰਹੇ ਹਰੀਕੇਨ ਲੀ ਨੂੰ ਲੈ ਕੇ ਸਪੈਗੇਟੀ ਮਾਡਲ ਕਰ ਸਕਦੇ ਹਨ ਗੁੰਮਰਾਹ, ਮਾਹਿਰਾਂ ਨੇ ਦਿੱਤੀ ਜਾਣਕਾਰੀ। ਚੀਨ ਨੇ ਦਖਲ ਅੰਦਾਜ਼ੀ ਜਾਂਚ ਦੀ ਕੀਤੀ ਪੁਰਜ਼ੋਰ ਨਿੰਦਾ, ਦੂਤਾਵਾਸ ਨੇ ਨਤੀਜਿਆਂ ਦੀ ਦਿੱਤੀ ਚੇਤਾਵਨੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤਾ ਸੁਝਾਅ, ਕਿਹਾ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਵਿਦੇਸ਼ੀ ਦਖਲਅੰਦਾਜ਼ੀ ਵਧਾ ਸਕਦੇ ਹਨ। ਅਮਰੀਕਾ ਵਿੱਚ ਰੂਸੀ ਜਾਸੂਸਾਂ ਦੀ ਗਿਣਤੀ ਬਹੁਤ ਜ਼ਿਆਦਾ, FBI ਡਾਇਰੈਕਟਰ ਨੇ ਦਿੱਤੀ ਚੇਤਾਵਨੀ। ਹੁਣ ਖਬਰਾਂ ਵਿਸਥਾਰ ਨਾਲ। ਕੈਨੇਡਾ ਦੇ ਈਸਟ ਕੋਸਟ ਦੇ ਵਸਨੀਕਾਂ ਲਈ ਤੇਜ਼ੀ ਨਾਲ ਤੀਬਰ ਹੋ ਰਹੇ ਹਰੀਕੇਨ ਲੀ ਲਈ ਨਾਰਥ ਵੱਲ ਸੰਭਾਵੀ ਮਾਰਗ ਦਰਸਾਉਂਦੀਆਂ ਕੁਝ ਤਾਜ਼ਾ ਤਸਵੀਰਾਂ ਪਰੇਸ਼ਾਨ ਕਰਨ ਵਾਲੀਆਂ ਹਨ। ਕਈ ਕੰਪਿਊਟਰ ਦੁਆਰਾ ਤਿਆਰ ਪੂਰਵ ਅਨੁਮਾਨਾਂ ਨੂੰ ਜੋੜ ਕੇ ਮੌਸਮ ਵਿਗਿਆਨੀਆਂ ਨੇ ਵੈਸਟਰਨ ਐਟਲਾਂਟਿਕ ਮਹਾਸਾਗਰ ਦੇ ਨਕਸ਼ੇ ਤਿਆਰ ਕੀਤੇ ਹਨ, ਜੋ ਸੁਝਾਅ ਦਿੰਦੇ ਹਨ ਕਿ ਪਾਵਰਫੁਲ ਹਰੀਕੇਨ ਅਗਲੇ ਹਫ਼ਤੇ ਦੇ ਅਖੀਰ ਵਿੱਚ ਮੈਰੀਟਾਈਮਸ ਵਿੱਚ ਆ ਸਕਦਾ ਹੈ। ਪਰ ਇਸ ਦੇ ਨਾਲ ਹੀ ਇੱਕ ਮਾਹਰ ਦਾ ਕਹਿਣਾ ਹੈ ਕਿ ਇਹ ਲੰਬੀ ਰੇਂਜ ਵਾਲੇ ਮਾਡਲ ਲਗਭਗ 5 ਦਿਨਾਂ ਤੋਂ ਬਾਅਦ ਬਹੁਤ ਘੱਟ ਉਪਯੋਗੀ ਹੁੰਦੇ ਹਨ। ਹੈਲੀਫੈਕਸ ਵਿੱਚ ਕੈਨੇਡੀਅਨ ਹਰੀਕੇਨ ਸੈਂਟਰ ਦੇ ਪ੍ਰੋਗਰਾਮ ਮੈਨੇਜਰ ਕ੍ਰਿਸ ਫੋਗਾਟੀ ਦਾ ਕਹਿਣਾ ਹੈ ਕਿ ਇਸ ਨੂੰ ਸਪੈਗੇਟੀ ਮਾਡਲਸ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਪੂਰਵ ਅਨੁਮਾਨਿਤ ਟਰੈਕਾਂ ਦੀਆਂ ਪਰਤਾਂ ਸਪਲੇਟ ਨੂਡਲਸ ਵਰਗੀਆਂ ਦਿਖਾਈ ਦਿੰਦੀਆਂ ਹਨ, ਜੋ ਕਿ ਸੰਭਾਵਿਤ ਪੂਰਵ ਅਨੁਮਾਨਾਂ ਦੀ ਵਿਸ਼ਾਲ ਸ਼੍ਰੇਣੀ ਨੂੰ ਵਧੀਆ ਤਰੀਕੇ ਨਾਲ ਨਹੀਂ ਦਰਸਾਉਂਦੀਆਂ। ਲੈਕ ਆਫ ਐਕੂਰੇਸੀ ਦੀ ਇੱਕ ਉਦਾਹਰਨ ਵਜੋਂ ਫੋਗਾਟੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਤੂਫਾਨ ਫ੍ਰੈਂਕਲਿਨ ਦੁਆਰਾ ਹਾਲ ਹੀ ਵਿੱਚ ਲਏ ਗਏ ਮਾਰਗ ਵੱਲ ਇਸ਼ਾਰਾ ਕੀਤਾ। ਹਰੀਕੇਨ ਫ੍ਰੈਂਕਲਿਨ ਲਈ 10 ਦਿਨ ਦੇ ਸਪੈਗੇਟੀ ਮਾਡਲ ਨੇ ਇਹ ਵੀ ਸੰਕੇਤ ਦਿੱਤਾ ਸੀ ਕਿ ਇਹ ਐਟਲਾਂਟਿਕ ਕੈਨੇਡਾ ਵੱਲ ਵਧੇਗਾ, ਪਰ ਇਸ ਦਾ ਅਸਲ ਟਰੈਕ ਹਰੀਕੇਨ ਨੂੰ ਕੈਨੇਡੀਅਨ ਪਾਣੀਆਂ ਦੇ ਨੇੜੇ ਆਉਣ ਤੋਂ ਬਹੁਤ ਪਹਿਲਾਂ ਸਮੁੰਦਰ ਵਿੱਚ ਲੈ ਗਿਆ। ਕੈਨੇਡੀਅਨ ਹਰੀਕੇਨ ਸੈਂਟਰ ਵੱਲੋਂ ਆਪਣਾ ਆਨਲਾਈਨ ਹਰੀਕੇਨ ਟਰੈਕ ਮੈਪ ਤਿਆਰ ਕੀਤਾ ਗਿਆ ਹੈ, ਜੋ 5 ਦਿਨਾਂ ਦੀ ਭਵਿੱਖਬਾਣੀ ਪ੍ਰਦਾਨ ਕਰਦਾ ਹੈ। ਜਾਣਕਾਰੀ ਮੁਤਾਬਕ ਜਿਵੇਂ ਹੀ ਹਰੀਕੇਨ ਲੀ ਨੇ ਉੱਤਰ ਪੂਰਬੀ ਕੈਰੇਬੀਅਨ ਵਿੱਚ ਮੰਥਨ ਕੀਤਾ, ਇਹ ਹਰੀਕੇਨ ਸੀਜ਼ਨ ਦਾ ਪਹਿਲਾ ਸ਼੍ਰੇਣੀ 5 ਤੂਫਾਨ ਬਣ ਗਿਆ। ਇਸ ਤੋਂ ਪਹਿਲਾਂ ਕਿ ਇਹ ਆਪਣੀ ਤਾਕਤ ਗੁਆ ਬੈਠੇ ਅਤੇ 250 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਲਗਾਤਾਰ ਹਵਾਵਾਂ ਦੇ ਨਾਲ ਸ਼੍ਰੇਣੀ 4 ਵਿੱਚ ਘਟਾ ਦਿੱਤਾ ਗਿਆ। ਸ਼੍ਰੇਣੀ 5 ਦੇ ਹਰੀਕੇਨ 252 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਨਾਲ ਵਿਨਾਸ਼ਕਾਰੀ ਹਵਾਵਾਂ ਪੈਦਾ ਕਰਦੇ ਹਨ, ਜਦੋਂ ਕਿ ਸ਼੍ਰੇਣੀ 4 ਦੇ ਹਰੀਕੇਨ ਘੱਟੋ-ਘੱਟ 209 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਪੈਦਾ ਕਰਦੇ ਹਨ, ਜਿਸ ਨਾਲ ਇਮਾਰਤਾਂ ਅਤੇ ਰੁੱਖਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਮਿਆਮੀ ਵਿੱਚ ਨੈਸ਼ਨਲ ਹਰੀਕੇਨ ਸੈਂਟਰ ਨੇ ਇੱਕ ਜਨਤਕ ਸਲਾਹ ਜਾਰੀ ਕਰਦਿਆਂ ਕਿਹਾ ਕਿ ਹਰੀਕੇਨ ਲੀ ਅਗਲੇ ਹਫ਼ਤੇ ਇੱਕ ਸ਼ਕਤੀਸ਼ਾਲੀ ਤੂਫਾਨ ਬਣੇਗਾ, ਕਿਉਂਕਿ ਇਹ ਵਰਜਨ ਆਈਲੈਂਡ ਅਤੇ ਪੋਰਟੋ ਰੀਕੋ ਦੇ ਨਾਰਥ ਵਿੱਚ ਲੰਘਦਾ ਹੈ। ਅਗਲੇ ਕੁਝ ਦਿਨਾਂ ਵਿੱਚ ਇਸ ਦੀ ਤੀਬਰਤਾ ਵਿੱਚ ਕੁਝ ਉਤਰਾਅ ਚੜਾਅ ਦੀ ਸੰਭਾਵਨਾ ਹੈ, ਜਿਸ ਦੀ ਜਾਣਕਾਰੀ ਅਮਰੀਕੀ ਏਜੰਸੀ ਨੇ ਦਿੱਤੀ ਹੈ। ਹਰੀਕੇਨ ਲੀ ਦੁਆਰਾ ਉਤਪੰਨ ਹੋਈ ਮੌਸਮ ਦੀ ਤਬਦੀਲੀ ਦਾ ਅਸਰ ਇਸ ਹਫ਼ਤੇ ਦੇ ਅੰਤ ਵਿੱਚ ਬ੍ਰਿਟਿਸ਼ ਅਤੇ US ਵਰਜਨ ਆਈਲੈਂਡ, ਪੋਰਟੋ ਰੀਕੋ, ਹੈਤੀ ਅਤੇ ਡੋਮਿਨਿਕ ਰਿਪਬਲਿਕ, ਤੁਰਕਸ ਅਤੇ ਕੈਕੋਸ ਟਾਪੂ, ਬਹਾਮਾ ਅਤੇ ਬਰਮੁਡਾ ਤੱਕ ਪਹੁੰਚਣ ਦੀ ਉਮੀਦ ਸੀ। ਲੀ ਐਟਲਾਂਟਿਕ ਹਰੀਕੇਨ ਸੀਜ਼ਨ ਦਾ 12ਵਾਂ ਤੂਫਾਨ ਹੈ, ਜੋ 1 ਜੂਨ ਤੋਂ 3 ਨਵੰਬਰ ਤੱਕ ਚੱਲਦਾ ਹੈ ਅਤੇ ਖਾਸ ਤੌਰ ਤੇ ਸਤੰਬਰ ਵਿੱਚ ਸਿਖਰ ਤੇ ਹੁੰਦਾ ਹੈ। ਬੀਜਿੰਗ ਨੇ ਕੈਨੇਡਾ ਦੀ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਦੀ ਪੁਰਜ਼ੋਰ ਨਿੰਦਾ ਕੀਤੀ ਹੈ, ਜਿਸ ਤੋਂ ਬਾਅਦ ਚੀਨੀ ਦੂਤਾਵਾਸ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਦੇਸ਼ ਆਪਣਾ ਵਿਚਾਰਧਾਰਕ ਪੱਖ ਨਹੀਂ ਛੱਡਦਾ ਤਾਂ ਉਹ ਨਤੀਜੇ ਭੁਗਤਣ ਲਈ ਤਿਆਰ ਰਹਿਣ। ਕੈਨੇਡਾ ਵਿੱਚ ਚੀਨੀ ਦੂਤਾਵਾਸ ਦੀਆਂ ਇਹ ਟਿੱਪਣੀਆਂ ਫੈਡਰਲ ਸਰਕਾਰ ਵੱਲੋਂ ਜਨਤਕ ਜਾਂਚ ਦਾ ਐਲਾਨ ਕਰਨ ਤੋਂ ਬਾਅਦ ਆਈਆਂ ਹਨ। 1 ਮਹੀਨੇ ਦੀ ਲੰਬੀ ਖੋਜ ਤੋਂ ਬਾਅਦ ਜਾਂਚ ਦੀ ਅਗਵਾਈ ਕਰਨ ਲਈ ਇੱਕ ਕਿਊਬੈਕ ਜੱਜ ਨੂੰ ਟੈਪ ਕੀਤਾ ਗਿਆ ਹੈ। ਕੈਨੇਡੀਅਨ ਚੋਣਾਂ ਅਤੇ ਸਮਾਜ ਵਿੱਚ ਚੀਨੀ ਵਿਦੇਸ਼ੀ ਦਖਲਅੰਦਾਜ਼ੀ ਦੇ ਦੋਸ਼ਾਂ ਦੇ ਸਾਲ ਦੇ ਬਹੁਤੇ ਸਮੇਂ ਲਈ ਓਟਵਾ ਦੇ ਰਾਜਨੀਤਿਕ ਦ੍ਰਿਸ਼ ਉੱਤੇ ਜ਼ਿਆਦਾ ਪ੍ਰਭਾਵ ਪਾਇਆ ਹੈ। ਨਵੀਂ ਜਾਂਚ ਨਾ ਸਿਰਫ ਬੀਜਿੰਗ ਬਲਕਿ ਰੂਸ ਦੇ ਨਾਲ-ਨਾਲ 2019 ਅਤੇ 2021 ਦੀਆਂ ਆਮ ਚੋਣਾਂ ਦੌਰਾਨ ਰਾਸ਼ਟਰੀ ਅਤੇ ਚੋਣ ਜ਼ਿਲ੍ਹਾ ਪੱਧਰ ਤੇ ਹੋਰ ਵਿਦੇਸ਼ੀ ਰਾਜਾਂ ਅਤੇ ਗੈਰ ਰਾਜੀ ਅਦਾਕਾਰਾਂ ਦੀ ਜਾਂਚ ਕਰੇਗੀ। ਚੀਨ ਦੇ ਦੂਤਾਵਾਸ ਦੇ ਬੁਲਾਰੇ ਨੇ ਇੱਕ ਈਮੇਲ ਵਿੱਚ ਕਿਹਾ ਕਿ 7 ਸਤੰਬਰ ਨੂੰ ਕੈਨੇਡੀਅਨ ਸਰਕਾਰ ਨੇ ਚੀਨ ਅਤੇ ਹੋਰ ਦੇਸ਼ਾਂ ਦੁਆਰਾ ਵਿਦੇਸ਼ੀ ਦਖਲਅੰਦਾਜ਼ੀ ਦੀ ਜਨਤਕ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਅਖੌਤੀ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਵਿੱਚ ਚੀਨ ਦੀ ਦਖਲਅੰਦਾਜ਼ੀ ਦੇ ਝੂਠ ਦਾ ਪ੍ਰਚਾਰ ਕਰਨਾ ਜਾਰੀ ਰੱਖਿਆ। ਚੀਨ ਇਸ ਦੀ ਸਖਤ ਨਿੰਦਾ ਕਰਦਾ ਹੈ ਅਤੇ ਦ੍ਰਿੜਤਾ ਨਾਲ ਵਿਰੋਧ ਕਰਦਾ ਹੈ। ਉਸਨੇ ਕਿਹਾ ਕਿ ਚੀਨ ਕੈਨੇਡੀਅਨ ਪੱਖ ਨੂੰ ਆਪਣੇ ਵਿਚਾਰਧਾਰਕ ਪੱਖ ਨੂੰ ਤਿਆਗਣ, ਚੀਨ ਨਾਲ ਸੰਬੰਧਿਤ ਝੂਠ ਅਤੇ ਝੂਠੀ ਜਾਣਕਾਰੀ ਦਾ ਪ੍ਰਚਾਰ ਬੰਦ ਕਰਨ, ਜਨਤਾ ਨੂੰ ਗੁੰਮਰਾਹ ਕਰਨਾ ਬੰਦ ਕਰੇ ਅਤੇ ਇਸ ਦੇ ਨਾਲ ਹੀ ਬੁਲਾਰੇ ਨੇ ਚੀਨ ਕੈਨੇਡਾ ਸੰਬੰਧਾਂ ਨੂੰ ਕਮਜ਼ੋਰ ਨਾ ਕਰਨ ਦੀ ਵੀ ਅਪੀਲ ਕੀਤੀ ਹੈ। ਉਸਨੇ ਕਿਹਾ ਕਿ ਜੇਕਰ ਕੈਨੇਡਾ ਇਹ ਨਹੀਂ ਕਰਦਾ ਤਾਂ ਇਸ ਦੇ ਨਤੀਜੇ ਕੈਨੇਡਾ ਨੂੰ ਭੁਗਤਣੇ ਪੈਣਗੇ।
ਹਾਲਾਂਕਿ ਬੁਲਾਰੇ ਨੇ ਇਹ ਸਾਫ਼ ਨਹੀਂ ਕੀਤਾ ਕਿ ਇਹ ਨਤੀਜੇ ਕੀ ਹੋ ਸਕਦੇ ਹਨ। ਜਨਤਕ ਸੁਰੱਖਿਆ ਮੰਤਰੀ ਡੋਮਿਨਿਕ ਲੇਬਲੈਂਕ, ਜੋ ਲੋਕਤੰਤਰੀ ਸੰਸਥਾਵਾਂ ਦੇ ਮੰਤਰੀ ਵੀ ਹਨ, ਨੇ ਖੁਲਾਸਾ ਕੀਤਾ ਕਿ ਕਿਊਬੈਕ ਦੀ ਅਦਾਲਤ ਦੀ ਅਪੀਲ ਦੇ ਜੱਜ ਮੈਰੀ ਜੋਸੀ ਹੋਗ ਨੂੰ ਇਨਕੁਆਇਰੀਜ਼ ਐਕਟ ਦੇ ਤਹਿਤ ਜਾਂਚ ਦੀ ਅਗਵਾਈ ਕਰਨ ਲਈ ਟੈਪ ਕੀਤਾ ਗਿਆ ਹੈ। ਹੋਗ ਦੀ ਨਿਯੁਕਤੀ ਸਾਬਕਾ ਗਵਰਨਰ ਜਨਰਲ ਡੇਵਿਡ ਜੌਨਸਟਨ, ਵਿਦੇਸ਼ੀ ਦਖਲਅੰਦਾਜ਼ੀ ਦੇ ਦੋਸ਼ਾਂ ਦੀ ਜਾਂਚ ਕਰਨ ਵਾਲੇ ਵਿਸ਼ੇਸ਼ ਰਿਪੋਰਟਰ ਪੱਖਪਾਤ ਦੇ ਦੋਸ਼ਾਂ ਦੇ ਵਿਚਕਾਰ ਜੂਨ ਵਿੱਚ ਭੂਮਿਕਾ ਤੋਂ ਅਸਤੀਫਾ ਦੇਣ ਤੋਂ ਬਾਅਦ ਇੱਕ ਜਾਂਚ ਦੀ ਅਗਵਾਈ ਕਰਨ ਲਈ ਇੱਕ ਜੱਜ ਦੀ 1 ਮਹੀਨੇ ਦੀ ਲੰਬੀ ਖੋਜ ਤੋਂ ਬਾਅਦ ਹੋਇਆ ਹੈ। ਲੇਬਲੈਂਕ ਨੇ ਅੱਗੇ ਕਿਹਾ ਕਿ ਹੋਗ ਨੂੰ 29 ਫਰਵਰੀ 2024 ਤੱਕ ਇੱਕ ਅੰਤਰਿਮ ਰਿਪੋਰਟ ਅਤੇ ਉਸੇ ਸਾਲ ਦਸੰਬਰ ਵਿੱਚ ਇੱਕ ਅੰਤਮ ਰਿਪੋਰਟ ਪੇਸ਼ ਕਰਨੀ ਪਵੇਗੀ। ਹੋਗ 18 ਸਤੰਬਰ ਨੂੰ ਅਹੁਦਾ ਸੰਭਾਲਣਗੇ। ਲੇਬਲੈਂਕ ਨੇ ਕਿਹਾ ਕਿ ਇਹ ਲੋਕਤੰਤਰ ਲਈ ਇੱਕ ਵਿਸ਼ਵ ਵਿਆਪੀ ਚੁਣੌਤੀ ਹੈ। ਚੀਨ ਇਕੱਲਾ ਅਜਿਹਾ ਦੇਸ਼ ਨਹੀਂ ਹੈ ਜੋ ਅਨੁਚਿਤ ਤਰੀਕੇ ਨਾਲ ਦਖਲ ਦੇਣ ਦੀ ਕੋਸ਼ਿਸ਼ ਕਰਦਾ ਹੈ। ਉਸਨੇ ਨੋਟ ਕੀਤਾ ਕਿ ਉਸਨੇ ਗਰਮੀਆਂ ਵਿੱਚ ਯੂਕੇ ਵਿੱਚ ਆਪਣੇ ਹਮਰੁਤਬੇ ਨਾਲ ਉਹਨਾਂ ਚੁਣੌਤੀਆਂ ਬਾਰੇ ਗੱਲ ਕੀਤੀ ਹੈ ਜੋ ਉਹ ਵਿਦੇਸ਼ੀ ਦਖਲਅੰਦਾਜ਼ੀ ਨਾਲ ਵੇਖ ਰਹੇ ਹਨ। ਉਸਨੇ ਕਿਹਾ ਕਿ ਅਸੀਂ ਇਸ ਨੂੰ ਇਕੱਲੇ ਦੇਸ਼ ਤੱਕ ਸੀਮਿਤ ਨਹੀਂ ਰੱਖਣਾ ਚਾਹੁੰਦੇ ਸੀ। ਇੱਕ ਰਿਪੋਰਟ ਮੁਤਾਬਕ ਕੈਨੇਡਾ ਵਿੱਚ ਚੀਨੀ ਦਖਲਅੰਦਾਜ਼ੀ ਦੇ ਦੇਸ਼ਾਂ ਦੀ ਰਿਪੋਰਟਿੰਗ ਦੇ ਵਿਚਕਾਰ ਇਸ ਸਾਲ ਓਟਵਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਇੱਕ ਲਗਾਤਾਰ ਚੱਲਣ ਵਾਲਾ ਮੁੱਦਾ ਰਿਹਾ ਹੈ। ਜਿਵੇਂ ਕਿ ਕਹਾਣੀਆਂ ਖਤਮ ਹੋਈਆਂ, ਉਸੇ ਤਰ੍ਹਾਂ ਖੁਲਾਸੇ ਹੋਏ ਕਿ ਬੀਜਿੰਗ ਨੇ ਟੋਰੀ ਐਮਪੀ ਮਾਈਕਲ ਚੌਂਗ ਸਮੇਤ ਮੌਜੂਦਾ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਮਈ ਵਿੱਚ ਫੈਡਰਲ ਸਰਕਾਰ ਨੇ ਇੱਕ ਗਲੋਬ ਐਂਡ ਮੇਲ ਰਿਪੋਰਟ ਦੀ ਪੁਸ਼ਟੀ ਕੀਤੀ ਸੀ ਕਿ CSIS ਕੋਲ 2021 ਵਿੱਚ ਜਾਣਕਾਰੀ ਸੀ ਕਿ ਬੀਜਿੰਗ ਹਾਂਗਕਾਂਗ ਵਿੱਚ ਚੌਂਗ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਹਟਾਉਣ ਦੇ ਤਰੀਕਿਆਂ ਦੀ ਤਲਾਸ਼ ਕਰ ਰਿਹਾ ਸੀ। ਚੀਨ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਉਸਨੇ ਚੌਂਗ ਨੂੰ ਨਿਸ਼ਾਨਾ ਬਣਾਇਆ ਸੀ। ਜਦੋਂ ਸੰਸਦ ਨੇ ਫਰਵਰੀ 2021 ਵਿੱਚ ਹਾਊਸ ਆਫ ਕਾਮਨਸ ਵਿੱਚ ਇੱਕ ਮਤੇ ਦੇ ਹੱਕ ਵਿੱਚ ਵੋਟ ਪਾਈ ਸੀ, ਜਿਸ ਵਿੱਚ ਚੀਨ ਵੱਲੋਂ ਉਈਗਰ ਘੱਟ ਗਿਣਤੀ ਨਾਲ ਨਸਲਕੁਸ਼ੀ ਦੇ ਤੌਰ ਤੇ ਕੀਤੇ ਜਾਣ ਵਾਲੇ ਸਲੂਕ ਦੀ ਨਿੰਦਾ ਕੀਤੀ ਗਈ ਸੀ। ਇਸ ਝਗੜੇ ਦੇ ਕਾਰਨ ਦੋਵਾਂ ਦੇਸ਼ਾਂ ਨੇ ਕੂਟਨੀਤਕਾਂ ਨੂੰ ਇੱਕ ਟਾਈਟ ਫੋਰ ਟੈਟ ਚਾਲ ਵਿੱਚ ਕੱਢ ਦਿੱਤਾ ਅਤੇ CSIS ਲਈ ਸੰਸਦ ਮੈਂਬਰਾਂ ਨੂੰ ਧਮਕੀਆਂ ਬਾਰੇ ਸੂਚਿਤ ਕਰਨ ਲਈ ਨੀਤੀ ਵਿੱਚ ਤਬਦੀਲੀ ਲਈ ਪ੍ਰੇਰਿਤ ਕੀਤਾ। ਭਾਵੇਂ ਇਹ ਮੁੱਦਾ ਕਿੰਨਾ ਵੀ ਗੰਭੀਰ ਕਿਉਂ ਨਾ ਹੋਵੇ, ਉੱਥੇ ਹੀ ਚੀਨੀ ਦੂਤਾਵਾਸ ਦੇ ਬੁਲਾਰੇ ਨੇ ਚੀਨ ਦੇ ਦਖਲ ਦੇ ਦੋਸ਼ਾਂ ਤੋਂ ਇਨਕਾਰ ਕਰਨ ਨੂੰ ਦੁਹਰਾਇਆ ਅਤੇ ਦਾਅਵਾ ਕੀਤਾ ਕਿ ਕੁਝ ਕੈਨੇਡੀਅਨ ਸਿਆਸਤਦਾਨ ਅਤੇ ਮੀਡੀਆ ਚੀਨ ਨੂੰ ਬਦਨਾਮ ਕਰਨ ਲਈ ਝੂਠ ਅਤੇ ਗਲਤ ਜਾਣਕਾਰੀ ਫੈਲਾ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ G20 ਨੇਤਾਵਾਂ ਦੇ ਸੰਮੇਲਨ 'ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ 'ਚ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਉਠਾਉਣਾ ਚਾਹੁੰਦੇ ਹਨ, ਪਰ ਅਜੇ ਇਹ ਸਪਸ਼ਟ ਨਹੀਂ ਹੈ ਕਿ ਮੋਦੀ ਉਹਨਾਂ ਨੂੰ ਮੌਕਾ ਦੇਣਗੇ ਜਾਂ ਨਹੀਂ। ਟਰੂਡੋ 2 ਦਿਨਾਂ ਸਿਖਰ ਸੰਮੇਲਨ ਲਈ ਬੀਤੇ ਦਿਨ ਨਵੀਂ ਦਿੱਲੀ ਪਹੁੰਚੇ, ਜਿੱਥੇ ਏਜੰਡਾ ਜਲਵਾਯੂ ਤਬਦੀਲੀ, ਖੁਰਾਕ ਸੁਰੱਖਿਆ, ਵਿਸ਼ਵ ਊਰਜਾ ਲੋੜਾਂ, ਲਿੰਗ ਸਮਾਨਤਾ ਅਤੇ ਯੂਕਰੇਨ ਵਿੱਚ ਰੂਸੀ ਹਮਲੇ ਤੇ ਕੇਂਦਰਿਤ ਹੈ। ਪਰ ਟਰੂਡੋ ਲਈ, ਜਿਸ ਦੀ ਫੈਡਰਲ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਉਹ ਵਿਦੇਸ਼ੀ ਦਖਲਅੰਦਾਜ਼ੀ ਦੇ ਦੋਸ਼ਾਂ ਦੀ ਜਨਤਕ ਜਾਂਚ ਕਰੇਗੀ, ਜਿਸ ਦਖਲਅੰਦਾਜ਼ੀ ਨੇ ਓਟਵਾ ਨੂੰ ਮਹੀਨਿਆਂ ਤੋਂ ਪਰੇਸ਼ਾਨ ਕੀਤਾ ਹੈ, ਇਹ ਮੁੱਦਾ ਵੀ ਧਿਆਨ ਵਿੱਚ ਹੈ। ਬੀਤੇ ਦਿਨ ਭਾਰਤ ਲਈ ਰਵਾਨਾ ਹੋਣ ਤੋਂ ਪਹਿਲਾਂ ਸਿੰਗਾਪੁਰ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਟਰੂਡੋ ਨੇ ਕਿਹਾ ਸੀ ਕਿ ਉਹਨਾਂ ਦੇ ਕਾਰਜਕ੍ਰਮ ਨੂੰ ਅਜੇ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਮੋਦੀ ਨਾਲ ਮੁਲਾਕਾਤ ਦੀ ਪੁਸ਼ਟੀ ਨਹੀਂ ਹੋਈ ਹੈ। ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਵੀ ਇਸ ਬਾਰੇ ਚੁੱਪ ਧਾਰੀ ਹੋਈ ਹੈ ਕਿ ਮੋਦੀ ਟਰੂਡੋ ਲਈ ਸਮਾਂ ਕੱਢਣਗੇ ਜਾਂ ਨਹੀਂ। ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕੈਨੇਡੀਅਨ ਪ੍ਰੈਸ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਕਿ ਮੈਨੂੰ ਯਕੀਨ ਹੈ ਕਿ ਉਹ ਇੱਕ ਦੂਜੇ ਨੂੰ ਮਿਲਣਗੇ, ਪਰ ਮੀਟਿੰਗ ਦਾ ਫਾਰਮੈਟ ਕੀ ਹੋਵੇਗਾ ਇਹ ਕਹਿਣਾ ਮੁਸ਼ਕਲ ਹੈ। ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਇੰਡੋ ਪੈਸੀਫਿਕ ਖੇਤਰ ਵਿੱਚ ਪ੍ਰਮੁੱਖਤਾ ਨਾਲ ਦਰਸਾਇਆ ਗਿਆ ਹੈ, ਜਿੱਥੇ ਕੈਨੇਡਾ ਆਪਣੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਸੰਯੁਕਤ ਰਾਜ ਅਮਰੀਕਾ ਤੋਂ ਦੂਰ ਵਿਭਿੰਨਤਾ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਇਸ ਸਾਲ ਦੇ ਸ਼ੁਰੂ ਵਿੱਚ ਟਰੂਡੋ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਡੀ ਥਾਮਸ ਨੇ ਕਿਹਾ ਕਿ ਭਾਰਤ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦਾ ਇੱਕ ਪ੍ਰਮੁੱਖ ਸਰੋਤ ਰਿਹਾ ਹੈ। ਇਸ ਦੌਰਾਨ ਟਰੂਡੋ ਨੇ ਸੁਝਾਅ ਦਿੱਤਾ ਕਿ ਜੇਕਰ ਮੋਦੀ ਨਾਲ ਆਮੋ-ਸਾਹਮਣੇ ਮੁਲਾਕਾਤ ਕੀਤੀ ਜਾਂਦੀ ਹੈ ਤਾਂ ਉਹ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਉਠਾਉਣਗੇ। ਉਹਨਾਂ ਨੇ ਕਿਹਾ ਕਿ ਹਮੇਸ਼ਾ ਵਾਂਗ ਅਸੀਂ ਇਸ ਗੱਲ ਤੇ ਜ਼ੋਰ ਦੇਵਾਂਗੇ ਕਿ ਕਾਨੂੰਨ ਦਾ ਰਾਜ ਕਿੰਨਾ ਮਹੱਤਵਪੂਰਨ ਹੈ। ਟਰੂਡੋ ਨੇ ਬੀਤੇ ਦਿਨ ਸਿੰਗਾਪੁਰ ਵਿੱਚ ਇੱਕ ਨਿਊਜ਼ ਕਾਨਫਰੰਸ ਵਿੱਚ ਇਸ ਗੱਲ ਦਾ ਜਵਾਬ ਉਸ ਵੇਲੇ ਦਿੱਤਾ ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਜਿਹੜੇ ਦੋਸ਼ ਭਾਰਤ ਤੇ ਲੱਗੇ ਹਨ ਕਿ ਭਾਰਤ ਕੈਨੇਡਾ ਵਿੱਚ ਵੱਡੀ ਸਿੱਖ ਆਬਾਦੀ ਦੇ ਸੰਬੰਧ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਵਿੱਚ ਸ਼ਾਮਲ ਹੈ, ਉਸ ਬਾਰੇ ਮੋਦੀ ਨੂੰ ਕੀ ਕਹਿਣਗੇ। ਟਰੂਡੋ, ਜਿਸ ਦੀ ਲਿਬਰਲ ਸਰਕਾਰ ਨੇ ਲੰਘੇ ਵੀਰਵਾਰ ਨੂੰ ਵਿਦੇਸ਼ੀ ਦਖਲਅੰਦਾਜ਼ੀ ਦੇ ਦੋਸ਼ਾਂ ਦੀ ਜਨਤਕ ਜਾਂਚ ਦਾ ਐਲਾਨ ਕੀਤਾ, ਨੇ ਅੱਗੇ ਕਿਹਾ ਕਿ ਚੀਨ ਇਕੱਲਾ ਅਜਿਹਾ ਦੇਸ਼ ਨਹੀਂ ਹੈ ਜੋ ਜਾਂਚ ਦਾ ਹੱਕਦਾਰ ਹੈ। ਟਰੂਡੋ ਨੇ ਕਿਹਾ ਕਿ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਅਸੀਂ ਕੈਨੇਡੀਅਨਸ ਨੂੰ ਕਿਸੇ ਵੀ ਅਤੇ ਹਰ ਕਿਸਮ ਦੇ ਦਖਲ ਤੋਂ ਬਚਾਉਣਾ ਜਾਰੀ ਰੱਖੀਏ।
ਉਹਨਾਂ ਕਿਹਾ ਇਸ ਜਾਂਚ ਵਿੱਚ ਅਸੀਂ ਜਿਸ ਚੀਜ਼ ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਉਹਨਾਂ ਵਿੱਚੋਂ ਇੱਕ ਇਹ ਪਛਾਣ ਰਹੀ ਹੈ। ਇਸ ਦੇ ਨਾਲ ਹੀ ਟਰੂਡੋ ਨੇ ਕਿਹਾ ਕਿ ਹਾਂ ਚੀਨ ਅਤੇ ਰੂਸ ਦਖਲਅੰਦਾਜ਼ੀ ਲਈ ਜ਼ਿੰਮੇਵਾਰ ਹਨ ਪਰ ਦੂਜੇ ਦੇਸ਼ ਵੀ ਇਸ ਵਿੱਚ ਸ਼ਾਮਲ ਹਨ। ਉਹਨਾਂ ਨੇ ਕਿਹਾ ਕਿ ਫਿਲਹਾਲ ਵੇਖਦੇ ਹਾਂ ਕਿ ਜੋ ਫੈਕਟਸ ਨੇ ਉਹ ਕਿੱਥੋਂ ਤੱਕ ਲੈ ਕੇ ਜਾਂਦੇ ਨੇ। ਨਵੀਂ ਦਿੱਲੀ ਨੇ ਖਾਲਿਸਤਾਨੀ ਵੱਖਵਾਦੀ ਲਹਿਰ ਦੇ ਸੰਬੰਧ ਵਿੱਚ ਪਹਿਲਾਂ ਦਲੀਲ ਦਿੱਤੀ ਹੈ ਕਿ ਭਾਰਤ ਦੇ ਘਰੇਲੂ ਮਾਮਲਿਆਂ ਵਿੱਚ ਦਖਲ ਦੇਣ ਪਿੱਛੇ ਕੈਨੇਡਾ ਦੇ ਤੱਤ ਸ਼ਾਮਲ ਹਨ, ਜੋ ਕਿ ਭਾਰਤ ਦੇ ਪੰਜਾਬ ਰਾਜ ਦੇ ਹਿੱਸੇ ਨੂੰ ਇੱਕ ਆਜ਼ਾਦ ਦੇਸ਼ ਬਣਾਉਣ ਦੀ ਵਕਾਲਤ ਕਰਦਾ ਹੈ। ਭਾਰਤ ਸਰਕਾਰ ਇਸ ਨੂੰ ਇੱਕ ਕੱਟੜਪੰਥੀ ਅੰਦੋਲਨ ਵਜੋਂ ਮੰਨਦੀ ਹੈ ਜੋ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦੀ ਹੈ ਅਤੇ ਲੰਬੇ ਸਮੇਂ ਤੋਂ ਕੈਨੇਡਾ ਤੇ ਕੱਟੜਪੰਥੀਆਂ ਨੂੰ ਪਨਾਹ ਦੇਣ ਦਾ ਦੋਸ਼ ਲਾਉਂਦੀ ਰਹੀ ਹੈ। ਓਟਵਾ ਨੇ ਇਸ ਗੱਲ ਨੂੰ ਕਾਇਮ ਰੱਖਿਆ ਹੈ ਕਿ ਬੋਲਣ ਦੀ ਆਜ਼ਾਦੀ ਦਾ ਮਤਲਬ ਹੈ ਕਿ ਸਮੂਹ ਉਦੋਂ ਤੱਕ ਸਿਆਸੀ ਵਿਚਾਰਾਂ ਦੀ ਆਵਾਜ਼ ਚੁੱਕ ਸਕਦਾ ਹੈ ਜਦੋਂ ਤੱਕ ਉਹ ਹਿੰਸਕ ਨਹੀਂ ਹੁੰਦੇ। ਇਸੇ ਮਾਮਲੇ ਵਿੱਚ ਜੂਨ ਵਿੱਚ ਸਰੀ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਆਗੂ ਦੀ ਘਾਤਕ ਗੋਲੀਬਾਰੀ ਤੋਂ ਬਾਅਦ ਤਣਾਅ ਵੱਧ ਗਿਆ ਸੀ, ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਇੱਕ ਸਿਆਸੀ ਤੌਰ ਤੇ ਪ੍ਰੇਰਿਤ ਹਮਲਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਸੀ ਕਿ ਉਹਨਾਂ ਕੋਲ ਵਿਦੇਸ਼ੀ ਦਖਲਅੰਦਾਜ਼ੀ ਨਾਲ ਕਿਸੇ ਵੀ ਸੰਬੰਧ ਦਾ ਕੋਈ ਸਬੂਤ ਨਹੀਂ ਹੈ ਅਤੇ ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਕੈਨੇਡਾ ਵਿੱਚ ਸਿੱਖ ਭਾਈਚਾਰੇ ਨੂੰ ਕੋਈ ਖਤਰਾ ਹੈ। ਭਾਰਤ ਵਿੱਚ ਕੈਨੇਡਾ ਦੇ ਸਾਬਕਾ ਹਾਈ ਕਮਿਸ਼ਨਰ ਨਾਦਿਰ ਪਟੇਲ ਨੇ ਕਿਹਾ ਕਿ ਕੁਝ ਚੁਣੌਤੀਆਂ ਦੇ ਬਾਵਜੂਦ ਦੋਵਾਂ ਦੇਸ਼ਾਂ ਦੇ ਸੰਬੰਧ ਬਹੁਤ ਜ਼ਿਆਦਾ ਲਚਕੀਲੇ ਹਨ। ਪਟੇਲ ਨੇ ਕਿਹਾ ਕਿ G20 ਵਿੱਚ ਭਾਰਤ ਦੀਆਂ ਕਈ ਤਰਜੀਹਾਂ ਕੈਨੇਡਾ ਦੇ ਕੁਝ ਹਿੱਤਾਂ ਨਾਲ ਮੇਲ ਖਾਂਦੀਆਂ ਹਨ। FBI ਡਾਇਰੈਕਟਰ ਕ੍ਰਿਸਟੋਫਰ ਵੇ ਨੇ ਇਹ ਕਹਿੰਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਅਜੇ ਵੀ ਅਮਰੀਕਾ ਵਿੱਚ ਬਹੁਤ ਜ਼ਿਆਦਾ ਰੂਸੀ ਜਾਸੂਸ ਮੌਜੂਦ ਹਨ। ਕ੍ਰਿਸਟੋਫਰ ਵੇ ਨੇ ਵਾਸ਼ਿੰਗਟਨ ਦੇ ਜਾਸੂਸੀ ਅਜਾਇਬ ਘਰ ਵਿੱਚ ਇੱਕ ਭਾਸ਼ਣ ਦੌਰਾਨ ਕਿਹਾ ਕਿ ਰੂਸੀ ਰਵਾਇਤੀ ਵਿਰੋਧੀ ਖੂਫੀਆ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚ ਰਸ਼ੀਅਨ ਖੂਫੀਆ ਜਾਸੂਸਾਂ ਦੇ ਪੈਰਾਂ ਦੇ ਨਿਸ਼ਾਨ ਮਿਲੇ ਹਨ, ਜਿਸ ਤੋਂ ਮੇਰਾ ਮਤਲਬ ਹੈ ਖੂਫੀਆ ਅਧਿਕਾਰੀ ਸੰਯੁਕਤ ਰਾਜ ਵਿੱਚ ਅਜੇ ਵੀ ਬਹੁਤ ਵੱਡੇ ਪੱਧਰ ਤੇ ਮੌਜੂਦ ਹਨ। ਵੇ ਨੇ ਕਿਹਾ ਕਿ ਅਮਰੀਕਾ ਨੇ ਰੂਸੀ ਜਾਸੂਸਾਂ ਨੂੰ ਬਾਹਰ ਕੱਢਣ ਲਈ ਪਿਛਲੇ ਕੁਝ ਸਾਲਾਂ ਵਿੱਚ ਤਰੱਕੀ ਕੀਤੀ ਹੈ, ਪਰ ਦੇਸ਼ ਵਿੱਚ ਅਜੇ ਵੀ ਅਮਰੀਕਾ ਵਿੱਚ ਅਸਮਾਨਿਤ ਤੌਰ ਤੇ ਵੱਡੇ ਖੁਫੀਆ ਪੈਰਾਂ ਦੇ ਨਿਸ਼ਾਨ ਹਨ। ਉਹਨਾਂ ਨੇ ਕਿਹਾ ਕਿ ਇਹ ਉਹ ਚੀਜ਼ ਹੈ ਜਿਸ ਦਾ ਅਸੀਂ ਲਗਾਤਾਰ ਵਿਰੋਧ ਕਰ ਰਹੇ ਹਾਂ ਅਤੇ ਹਰ ਤਰੀਕੇ ਨਾਲ ਰੋਕਣ ਅਤੇ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਵੇ ਨੇ ਕਿਹਾ ਕਿ ਰੂਸ ਕਟਆਊਟ ਦੀ ਵਰਤੋਂ ਕਰਦਾ ਹੈ, ਜਿਵੇਂ ਕਿ ਇੱਕ ਮੈਕਸੀਕਨ ਨਾਗਰਿਕ ਜੋ ਅਮਰੀਕਾ ਵਿੱਚ ਸੀ ਅਤੇ ਉਹਨਾਂ ਲਈ ਜਾਸੂਸੀ ਕਰਨ ਲਈ ਸੂਚੀਬੱਧ ਕੀਤਾ ਗਿਆ ਸੀ। ਅਮਰੀਕਾ ਇਕੱਲਾ ਅਜਿਹਾ ਦੇਸ਼ ਨਹੀਂ ਹੈ ਜਿਸ ਦੇ ਅੰਦਰ ਰੂਸ ਦੇ ਨੈਟਵਰਕ ਹੋ ਸਕਦੇ ਹਨ। ਬੀਤੇ ਦਿਨ ਕਿਊਬਾ ਦੇ ਅਧਿਕਾਰੀਆਂ ਨੇ 17 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਯੂਕਰੇਨ ਵਿੱਚ ਲੜਨ ਲਈ ਕਿਊਬਨ ਦੀ ਭਰਤੀ ਕਰਨ ਲਈ ਇੱਕ ਨੈਟਵਰਕ ਸ਼ਾਮਲ ਸੀ। ਕੈਨੇਡਾ ਨੇ ਕੁਝ ਦਿਨ ਪਹਿਲਾਂ ਐਲਾਨੀ ਆਪਣੀ ਜਨਤਕ ਵਿਦੇਸ਼ੀ ਦਖਲਅੰਦਾਜ਼ੀ ਜਾਂਚ ਵਿੱਚ ਰੂਸ ਨੂੰ ਵੀ ਸ਼ਾਮਲ ਕੀਤਾ ਹੈ, ਜਿਸ ਵਿੱਚ ਚੀਨ ਅਤੇ ਹੋਰ ਦੇਸ਼ ਵੀ ਸ਼ਾਮਲ ਹਨ, ਜਿਨ੍ਹਾਂ ਨੇ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਨੂੰ ਲੈ ਕੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੈਬਲੈਂਕ ਨੇ ਓਟਵਾ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਲੋਕਤੰਤਰ ਲਈ ਇੱਕ ਵਿਸ਼ਵ ਵਿਆਪੀ ਚੁਣੌਤੀ ਹੈ। ਚੀਨ ਇਕੱਲਾ ਅਜਿਹਾ ਦੇਸ਼ ਨਹੀਂ ਹੈ ਜੋ ਅਨੁਚਿਤ ਤਰੀਕੇ ਨਾਲ ਦਖਲ ਦੇਣ ਦੀ ਕੋਸ਼ਿਸ਼ ਕਰਦਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਸ ਜਾਂਚ ਨੂੰ ਸਿਰਫ ਇੱਕ ਦੇਸ਼ ਤੱਕ ਸੀਮਿਤ ਨਹੀਂ ਰੱਖਣਾ ਚਾਹੁੰਦੇ ਸੀ। ਲੈਬਲੈਂਕ ਨੇ ਕਿਹਾ ਕਿ ਉਸਨੇ ਨੋਟ ਕੀਤਾ ਕਿ ਉਸਨੇ ਗਰਮੀਆਂ ਵਿੱਚ UK ਵਿੱਚ ਆਪਣੇ ਹਮਰੁਤਬਾ ਨਾਲ ਉਹਨਾਂ ਚੁਣੌਤੀਆਂ ਬਾਰੇ ਗੱਲ ਕੀਤੀ ਜੋ ਉਹ ਵਿਦੇਸ਼ੀ ਦਖਲਅੰਦਾਜ਼ੀ ਨਾਲ ਵੇਖ ਰਹੇ ਹਨ। ਜਾਣਕਾਰੀ ਮੁਤਾਬਕ UK ਨੇ 2018 ਵਿੱਚ ਸੈਲਿਸਬਰੀ ਵਿੱਚ ਇੱਕ ਸਾਬਕਾ ਰੂਸੀ ਡਬਲ ਏਜੰਟ ਸਰਗੇਈ ਸਕ੍ਰਿਪਾਲ ਨੂੰ ਜ਼ਹਿਰ ਦੇਣ ਦਾ ਵਿਰੋਧ ਕੀਤਾ। ਇੱਕ ਨਵ ਏਜੰਟ ਦੇ ਹਮਲੇ ਦੇ ਜਵਾਬ ਵਿੱਚ ਕੈਨੇਡਾ ਨੇ 2018 ਵਿੱਚ ਰੂਸ ਦੇ ਡਿਪਲੋਮੈਟਿਕ ਸਟਾਫ ਦੇ 4 ਮੈਂਬਰਾਂ ਨੂੰ ਕੱਢ ਦਿੱਤਾ ਸੀ। ਤਤਕਾਲੀ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਇੱਕ ਬਿਆਨ ਵਿੱਚ ਕਿਹਾ ਕਿ 4 ਦੀ ਪਛਾਣ ਖੂਫੀਆ ਅਧਿਕਾਰੀਆਂ ਜਾਂ ਵਿਅਕਤੀਆਂ ਵਜੋਂ ਕੀਤੀ ਗਈ ਹੈ, ਜਿਨ੍ਹਾਂ ਨੇ ਕੈਨੇਡਾ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਜਾਂ ਸਾਡੇ ਲੋਕਤੰਤਰ ਵਿੱਚ ਦਖਲ ਦੇਣ ਲਈ ਆਪਣੇ ਕੂਟਨੀਤਿਕ ਰੁਤਬੇ ਦੀ ਵਰਤੋਂ ਕੀਤੀ ਹੈ। ਇਸ ਦੌਰਾਨ FBI ਡਾਇਰੈਕਟਰ ਕ੍ਰਿਸਟੋਫਰ ਵੇ ਨੇ ਆਪਣੇ ਭਾਸ਼ਣ ਵਿੱਚ ਜ਼ਹਿਰ ਦਾ ਹਵਾਲਾ ਦਿੱਤਾ ਕਿ ਰੂਸ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ। ਇਸ ਦੇ ਨਾਲ ਹੀ ਵੇ ਨੇ ਯੂਕਰੇਨ ਦੇ ਹਮਲੇ ਦਾ ਵੀ ਜ਼ਿਕਰ ਕੀਤਾ। ਵੇ ਨੇ ਕਿਹਾ ਕਿ ਇਹ ਉਹੀ ਲੋਕ ਹਨ ਜੋ ਗੈਰ ਸੰਵੇਦਨਸ਼ੀਲ ਗਤੀਵਿਧੀਆਂ ਵਿੱਚ ਸ਼ਾਮਲ ਹਨ ਅਤੇ ਅਸੀਂ ਜਾਣਦੇ ਹਾਂ ਕਿ ਅਸੀਂ ਕਿਸ ਦੇ ਵਿਰੁੱਧ ਹਾਂ। ਓਨਟਾਰੀਓ ਦੇ ਪੈਨੀਟੈਂਗੁਏਸ਼ਨ ਇਲਾਕੇ ਵਿੱਚ ਲੰਘੇ ਵੀਰਵਾਰ ਨੂੰ ਤੜਕੇ ਇੱਕ ਡਾਊਨਟਾਊਨ ਅਪਾਰਟਮੈਂਟ ਬਿਲਡਿੰਗ ਦੀਆਂ 2 ਕੰਧਾਂ ਢਹਿ ਗਈਆਂ, ਪਰ ਇਸ ਘਟਨਾ ਵਿੱਚ ਜਾਨ ਮਾਲ ਦੇ ਨੁਕਸਾਨ ਤੋਂ ਬਚਾ ਰਿਹਾ, ਜਿਸ ਤੋਂ ਬਾਅਦ ਮਾਮਲੇ 'ਚ ਬਚਾਅ ਦਲ ਦੇ ਮੈਂਬਰਾਂ ਅਤੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਪੈਨੀਟੈਂਗੁਏਸ਼ਨ ਫਾਇਰ ਚੀਫ ਰਿਚਰਡ ਰੇਨੋਟ ਨੇ ਕਿਹਾ ਕਿ ਉਹ ਹਜੇ ਤੱਕ ਇਸ ਗੱਲ ਤੋਂ ਅਣਜਾਣ ਨੇ ਕਿ ਇਹ ਇਮਾਰਤ ਕਿਉਂ ਡਿੱਗੀ ਅਤੇ ਇਮਾਰਤ ਵਿੱਚ ਰਹਿ ਰਹੇ 14 ਲੋਕ ਹੁਣ ਕਿੱਥੇ ਰਹਿਣਗੇ।
ਉਸਨੇ ਕਿਹਾ ਕਿ ਜ਼ਮੀਨ ਤੇ ਦੋ ਕੰਧਾਂ ਦੇ ਡਿੱਗਣ ਨਾਲ ਕਾਫੀ ਮਲਬਾ ਉੱਥੇ ਇਕੱਠਾ ਹੋ ਗਿਆ ਹੈ ਅਤੇ ਇਸ ਬਿਲਡਿੰਗ ਦੇ ਰਹਿਣ ਵਾਲੇ ਵਸਨੀਕਾਂ ਲਈ ਚੀਜ਼ਾਂ ਬਹੁਤ ਖਰਾਬ ਹੋ ਸਕਦੀਆਂ ਸਨ। ਰਿਚਰਡ ਰੇਨੋਡ ਨੇ ਇਸ ਪੂਰੀ ਘਟਨਾ ਨੂੰ ਇੱਕ ਚਮਤਕਾਰ ਦੱਸਿਆ ਹੈ ਕਿਉਂਕਿ ਜਦੋਂ ਇਹ ਇਮਾਰਤ ਢਹਿ ਢੇਰੀ ਹੋ ਗਈ ਸੀ ਉਦੋਂ 14 ਲੋਕ ਇਮਾਰਤ ਵਿੱਚ ਮੌਜੂਦ ਸੀ ਅਤੇ ਦੂਜੀ ਮੰਜ਼ਿਲ ਦੇ ਲੋਕ ਮੇਨ ਸਟਰੀਟ ਤੇ ਆ ਗਏ ਸੀ, ਪਰ ਇਸ ਦੌਰਾਨ ਕਿਸੇ ਨੂੰ ਵੀ ਕੋਈ ਸੱਟ ਨਹੀਂ ਲੱਗੀ। ਰਿਚਰਡ ਰੇਨੋਡ ਨੇ ਕਿਹਾ ਕਿ ਇਹ ਉਹ ਚੀਜ਼ ਹੈ ਜੋ ਅਸੀਂ ਕਦੇ ਵੀ ਅੰਸ਼ਕ ਢਹਿਣ ਨਾਲ ਨਹੀਂ ਵੇਖਦੇ। ਬਸ ਇੱਥੇ ਇਹ ਸੀ ਕਿ ਕੋਈ ਅੱਗ ਨਹੀਂ ਲੱਗੀ, ਕੋਈ ਹਾਈਡਰੋ ਸਮੱਸਿਆਵਾਂ ਨਹੀਂ ਆਈਆਂ ਅਤੇ ਕੋਈ ਗੈਸ ਲੀਕ ਨਹੀਂ ਹੋਈ। ਉਸਨੇ ਜਾਣਕਾਰੀ ਦਿੱਤੀ ਕਿ ਅਸਲ ਵਿੱਚ ਇਸ ਇਮਾਰਤ ਦੇ ਦੋ ਪਾਸੇ ਢਹਿ ਗਏ ਹਨ। ਅਧਿਕਾਰੀ ਨੇ ਕਿਹਾ ਕਿ ਲੰਘੇ ਵੀਰਵਾਰ ਨੂੰ ਲਗਭਗ ਤੜਕੇ 3 ਵਜੇ ਪੈਨੇਟੈਂਗੁਏਸ਼ਨ ਫਾਇਰ ਡਿਪਾਰਟਮੈਂਟ ਨੂੰ ਪੈਨੇਟੈਂਗੁਏਸ਼ਨ ਦੇ 78 ਮੇਨ ਸਟੈਂਡ ਤੇ ਸੰਭਾਵਤ ਤੌਰ ਤੇ ਫਸੇ ਲੋਕਾਂ ਦੇ ਨਾਲ ਇੱਕ ਇਮਾਰਤ ਦੇ ਢਹਿ ਜਾਣ ਦੀ ਕਾਲ ਆਈ ਸੀ। ਮਿਡਲੈਂਡ, ਬੈਰੀ ਅਤੇ ਸਿਮਕੋ ਦੀ ਕਾਉਂਟੀ ਸਮੇਤ ਕਈ ਭਾਈਚਾਰਿਆਂ ਦੇ ਲੋਕਾਂ ਨੇ ਮਦਦ ਲਈ ਕਾਲ ਦਾ ਜਵਾਬ ਦਿੱਤਾ ਸੀ। ਰੇਨੋਡ ਦਾ ਕਹਿਣਾ ਹੈ ਕਿ ਇਮਾਰਤ 'ਚ ਰਹਿਣ ਵਾਲੇ 14 ਲੋਕ ਫਿਲਹਾਲ ਆਪਣੇ ਪਰਿਵਾਰ, ਦੋਸਤਾਂ ਜਾਂ ਸਥਾਨਕ ਹੋਟਲਾਂ ਵਿੱਚ ਰਹਿ ਰਹੇ ਹਨ। ਪੈਨੇਟੈਂਗੁਏਸ਼ਨ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਜੈਫ ਲੀਸ ਦਾ ਕਹਿਣਾ ਹੈ ਕਿ ਇਹ ਇਮਾਰਤ 100 ਸਾਲ ਤੋਂ ਵੱਧ ਪੁਰਾਣੀ ਮੰਨੀ ਜਾਂਦੀ ਹੈ। ਮਿਊਨਿਸਪੈਲਿਟੀ ਦੇ ਦ੍ਰਿਸ਼ਟੀਕੋਣ ਤੋਂ ਨਿਸ਼ਚਿਤ ਤੌਰ ਤੇ ਮੇਨ ਸਟਰੀਟ ਲਈ ਇਹ ਇੱਕ ਵਿਨਾਸ਼ਕਾਰੀ ਝਟਕਾ ਹੈ, ਪਰ ਦੁਬਾਰਾ ਬਹੁਤ ਸ਼ੁਕਰਗੁਜ਼ਾਰ ਹੈ ਕਿ ਇਸ ਘਟਨਾ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਪੈਨੇਟੈਂਗੁਏਸ਼ਨ ਦੇ ਮੇਅਰ ਡਗਲਸ ਰੋਸਨ ਦਾ ਕਹਿਣਾ ਹੈ ਕਿ ਕਸਬੇ ਦਾ ਕੋਈ ਐਮਰਜੈਂਸੀ ਸ਼ੈਲਟਰ ਪ੍ਰੋਗਰਾਮ ਨਹੀਂ ਹੈ, ਪਰ ਪ੍ਰਭਾਵਿਤ ਲੋਕਾਂ ਲਈ ਰਿਹਾਇਸ਼ ਦੇ ਵਿਕਲਪਾਂ ਦਾ ਪਤਾ ਲਗਾਉਣ ਲਈ ਸਿਮਕੋ ਕਾਉਂਟੀ ਨਾਲ ਕੰਮ ਕੀਤਾ ਜਾ ਰਿਹਾ ਹੈ। ਬੀਤੇ ਦਿਨ ਤੱਕ ਢਹਿਣ ਦੇ ਆਲੇ ਦੁਆਲੇ ਦਾ ਖੇਤਰ ਬੰਦ ਰਿਹਾ, ਜਦੋਂ ਕਿ ਅਮਲੇ ਨੇ ਅੰਸ਼ਕ ਤੌਰ ਤੇ ਢਹਿ ਢੇਰੀ ਢਾਂਚੇ ਲਈ ਅਗਲੇ ਕਦਮਾਂ ਨੂੰ ਨਿਰਧਾਰਿਤ ਕਰਨ ਲਈ ਕੰਮ ਕੀਤਾ। ਬੈਰੀ ਦੇ ਨਾਰਥ ਦੇ ਸਿਰੇ ਵਿੱਚ ਤੜਕੇ 3 ਕਾਰਾਂ ਦੀ ਟੱਕਰ ਹੋਣ ਨਾਲ 5 ਲੋਕ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਬੈਰੀ ਪੁਲਿਸ ਦਾ ਕਹਿਣਾ ਹੈ ਕਿ ਤਿੰਨੇ ਕਾਰਾਂ ਦੀ ਟੱਕਰ ਬੇਫਿਲਡ ਅਤੇ ਹੈਨਵਰ ਸੜਕਾਂ ਦੇ ਚੌਰਾਹੇ ਤੇ ਬੀਤੇ ਦਿਨ ਤੜਕੇ 1:15 ਵਜੇ ਦੇ ਕਰੀਬ ਵਾਪਰੀ। ਪੁਲਿਸ ਦਾ ਕਹਿਣਾ ਹੈ ਕਿ 5 ਲੋਕਾਂ ਨੂੰ ਗੈਰ ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ ਮਾਮਲੇ 'ਚ ਬੈਰੀ ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਵਾਲੀ ਥਾਂ ਤੋਂ ਥੋੜੀ ਦੂਰ ਤੇ ਇੱਕ 46 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਤੇ ਖਰਾਬ ਡਰਾਈਵਿੰਗ ਅਤੇ ਹਾਦਸੇ ਵਾਲੀ ਥਾਂ ਛੱਡਣ ਦਾ ਦੋਸ਼ ਲਗਾਇਆ ਗਿਆ ਸੀ। ਪੁਲਿਸ ਦੀ ਜਾਂਚ ਦੌਰਾਨ ਬੇਫਿਲੇ ਸਟਰੀਟ ਦਾ ਇੱਕ ਹਿੱਸਾ ਬੰਦ ਕਰ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਉਸ ਨੂੰ ਖੋਲ ਦਿੱਤਾ ਗਿਆ ਸੀ। ਬੈਰੀ ਪੁਲਿਸ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਜਾਣਕਾਰੀ ਹੈ ਤਾਂ ਲੋਕ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਓਟਵਾ ਦੇ ਹਜ਼ਾਰਾਂ ਮਾਪੇ ਅਜੇ ਵੀ ਡਰਾਈਵਰ ਦੀ ਘਾਟ ਕਾਰਨ ਉਹਨਾਂ ਦੀਆਂ ਬੱਸਾਂ ਦੇ ਅਚਾਨਕ ਰੱਦ ਹੋਣ ਤੋਂ ਬਾਅਦ ਆਪਣੇ ਬੱਚਿਆਂ ਨੂੰ ਸਕੂਲ ਪਹੁੰਚਾਉਣ ਦਾ ਰਸਤਾ ਲੱਭਣ ਲਈ ਭਟਕ ਰਹੇ ਹਨ। ਓਟਵਾ ਪਬਲਿਕ ਅਤੇ ਕੈਥੋਲਿਕ ਸਕੂਲ ਬੋਰਡਸ ਦੋਵਾਂ ਲਈ ਬੱਸ ਸੇਵਾ ਇਸ ਹਫ਼ਤੇ ਸਕੂਲ ਖੁੱਲਣ ਤੋਂ ਠੀਕ ਪਹਿਲਾਂ 300 ਰੂਟਾਂ ਨੂੰ ਰੱਦ ਕਰਨ ਤੋਂ ਬਾਅਦ ਲਗਭਗ 7,500 ਵਿਦਿਆਰਥੀ ਪ੍ਰਭਾਵਿਤ ਹੋਏ ਹਨ। ਓਟਵਾ ਸਟੂਡੈਂਟ ਟਰਾਂਸਪੋਰਟੇਸ਼ਨ ਅਥਾਰਟੀ ਦਾ ਕਹਿਣਾ ਹੈ ਕਿ ਇੱਕ ਬੱਸ ਕੰਪਨੀ ਦੁਆਰਾ 36 ਰੂਟਾਂ ਨੂੰ ਬਾਹਰ ਕੱਢਣ ਤੋਂ ਬਾਅਦ ਸ਼ਹਿਰ ਦਾ ਪਿੰਡੂ ਪੱਛਮੀ ਸਿਰਾ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਹੈ। OSTA ਦਾ ਕਹਿਣਾ ਹੈ ਕਿ ਉਹ ਰੂਟਾਂ ਵਿੱਚ ਬਦਲਾਅ ਕਰਨ ਅਤੇ ਹੋਰ ਡਰਾਈਵਰਾਂ ਨੂੰ ਸਿਖਲਾਈ ਦੇਣ ਤੋਂ ਬਾਅਦ 2 ਹਫ਼ਤਿਆਂ ਵਿੱਚ ਸੇਵਾ ਵਿੱਚ ਰੁਕਾਵਟਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਐਲਬਰਟਾ, ਸਡਬਰੀ, ਓਨਟਾਰੀਓ ਅਤੇ ਟੋਰਾਂਟੋ ਵਿੱਚ ਸਾਰੇ ਰਿਪੋਰਟ ਕੀਤੇ ਗਏ ਮੁੱਦਿਆਂ ਦੇ ਨਾਲ ਓਟਵਾ ਲਈ ਬੱਸ ਡਰਾਈਵਰਾਂ ਦੀ ਕਮੀ ਅਲੱਗ ਨਹੀਂ ਹੈ। ਉੱਤਰੀ ਕੋਰੀਆ ਨੇ ਆਪਣੀ ਪਹਿਲੀ ਸੰਚਾਲਨ ਰਣਨੀਤਕ ਪ੍ਰਮਾਣੂ ਹਮਲੇ ਵਾਲੀ ਪਣਡੁੱਬੀ ਲਾਂਚ ਕੀਤੀ ਹੈ ਅਤੇ ਇਸ ਨੂੰ ਉਸ ਫਲੀਟ ਨੂੰ ਸੌਂਪਿਆ ਹੈ ਜੋ ਕੋਰੀਆਈ ਪ੍ਰਾਇਦੀਪ ਅਤੇ ਜਾਪਾਨ ਵਿਚਕਾਰ ਗਸ਼ਤ ਕਰਦਾ ਹੈ। ਇਸ ਦੀ ਜਾਣਕਾਰੀ ਉੱਥੋਂ ਦੇ ਸਰਕਾਰੀ ਮੀਡੀਆ ਵੱਲੋਂ ਦਿੱਤੀ ਗਈ ਹੈ। ਸਰਕਾਰੀ ਮੀਡੀਆ ਨੇ ਕਿਹਾ ਕਿ ਸਬਮਰੀਨ ਨੇ ਲੀਪਸ ਐਂਡ ਬਾਉਂਡਸ ਦੁਆਰਾ ਦੇਸ਼ ਦੇ ਪ੍ਰਮਾਣੂ ਰੋਕਥਾਮ ਨੂੰ ਮਜ਼ਬੂਤ ਕੀਤਾ ਹੈ। ਉੱਤਰੀ ਕੋਰੀਆ ਦੇ ਜਲ ਸੈਨਾ ਅਧਿਕਾਰੀ ਅਤੇ ਇਤਿਹਾਸਕ ਸ਼ਖਸੀਅਤ ਦੇ ਨਾਂ ਤੇ ਇਸ ਦਾ ਨਾਂ ਹੀਰੋ ਕਿਮ ਕੁਨ ਓਕ ਰੱਖਿਆ ਗਿਆ ਹੈ। ਪਰਮਾਣੂ ਹਥਿਆਰਾਂ ਨੂੰ ਗੋਲੀ ਮਾਰਨ ਦੇ ਸਮਰੱਥ ਇੱਕ ਪਣਡੁੱਬੀ ਉਹਨਾਂ ਹਥਿਆਰਾਂ ਦੀ ਸੂਚੀ ਵਿੱਚ ਹੈ ਜੋ ਉੱਤਰੀ ਕੋਰੀਆ ਲੰਬੇ ਸਮੇਂ ਤੋਂ ਬਣਾਉਣਾ ਚਾਹੁੰਦਾ ਸੀ। ਰਾਜ ਮੀਡੀਆ ਦੁਆਰਾ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿੱਚ ਕਿਮ ਇੱਕ ਸਮੁੰਦਰੀ ਜਹਾਜ਼ ਦੇ ਸ਼ਿਪਯਾਰਡ ਵਿੱਚ ਜਲ ਸੈਨਾ ਦੇ ਅਧਿਕਾਰੀਆਂ ਨਾਲ ਖੜੇ ਦਿਖਾਈ ਦੇ ਰਹੇ ਹਨ। ਕਿਮ ਨੇ ਸਬਮਰੀਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਜਲ ਸੈਨਾ ਦੇ ਅੰਡਰ ਵਾਟਰ ਆਫੈਂਸਿਵ ਦੇ ਮੁੱਖ ਸਾਧਨਾਂ ਵਿੱਚੋਂ ਇੱਕ ਹੋਵੇਗਾ। ਕਿਮ ਨੇ ਕਿਹਾ ਕਿ ਪਰਮਾਣੂ ਹਮਲਾ ਕਰਨ ਵਾਲੀ ਪਣਡੁੱਬੀ ਜੋ ਪਿਛਲੇ ਕੁਝ ਦਹਾਕਿਆਂ ਤੋਂ ਸਾਡੇ ਦੇਸ਼ ਦੇ ਵਿਰੁੱਧ ਹਮਲੇ ਦਾ ਪ੍ਰਤੀਕ ਹੈ, ਹੁਣ ਸਾਡੀ ਧਮਕੀ ਦੇਣ ਵਾਲੀ ਸ਼ਕਤੀ ਦਾ ਪ੍ਰਤੀਕ ਹੈ ਜੋ ਸਾਡੇ ਬੇਈਮਾਨ ਦੁਸ਼ਮਣਾਂ ਵਿੱਚ ਡਰ ਪੈਦਾ ਕਰੇਗੀ। ਪਰ ਇਹ ਕਿੰਨੀ ਕੁ ਪ੍ਰਭਾਵੀ ਹੋਵੇਗੀ, ਇਸ ਬਾਰੇ ਕੁਝ ਸੰਦੇਹ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਸੋਵੀਅਤ ਯੁੱਗ ਦੇ ਰੋਬੀਓ ਕਲਾਸ ਸਬਮਰੀਨ ਹੈ ਜਿਸ ਦਾ ਕਿਮ ਨੇ 2019 ਵਿੱਚ ਨਿਰੀਖਣ ਕੀਤਾ ਸੀ, ਜਿਸ ਨੂੰ ਪਰਮਾਣੂ ਹਥਿਆਰਾਂ ਨੂੰ ਲਿਜਾਣ ਲਈ ਸੋਧਿਆ ਗਿਆ ਹੈ।
ਇੰਟਰਨੈਸ਼ਨਲ ਇੰਸਟੀਚਿਊਟ ਫॉर ਸਟ੍ਰੈਟੇਜਿਕ ਸਟੱਡੀਜ਼ ਦੇ ਖੋਜਕਰਤਾ ਜੋਸਫ ਡੈਂਪਸੀ ਨੇ ਕਿਹਾ ਕਿ ਇੱਕ ਪਲੇਟਫਾਰਮ ਦੇ ਰੂਪ ਵਿੱਚ ਇਸ ਵਿੱਚ ਕੁਝ ਬੁਨਿਆਦੀ ਸੀਮਾਵਾਂ ਅਤੇ ਕਮਜ਼ੋਰੀਆਂ ਹੋਣਗੀਆਂ। ਰਾਈਟਰਸ ਨਿਊਜ਼ ਏਜੰਸੀ ਨਾਲ ਗੱਲ ਕਰਨ ਵਾਲੇ ਯੂਐਸ ਸਰਕਾਰ ਦੇ ਹਥਿਆਰਾਂ ਦੇ ਸਾਬਕਾ ਮਾਹਰ ਵੈਨ ਟਾਈਪੇਨ ਦੇ ਅਨੁਸਾਰ ਇਸ ਸਬਮਰੀਨ ਵਿੱਚ ਸ਼ੋਰ, ਹੌਲੀ ਕੰਮ ਕਰਨਾ ਅਤੇ ਲਿਮਿਟਿਡ ਰੇਂਜ ਦੇ ਕਮਜ਼ੋਰੀਆਂ ਦਾ ਹੋਣਾ ਸ਼ਾਮਲ ਹੈ। ਡੈਂਪਸੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਬਮਰੀਨ ਦੇ ਸਖਤ ਅਤੇ ਪ੍ਰੋਪੈਲਰ ਨੂੰ ਛੁਪਾਉਣ ਲਈ ਕਿ ਇਹ ਇੱਕ ਪੁਰਾਣਾ ਜਹਾਜ਼ ਹੈ, ਉਸ ਨੂੰ ਧੁੰਦਲਾ ਕੀਤਾ ਗਿਆ ਹੈ। ਸਾਨੂੰ ਨਹੀਂ ਪਤਾ ਕਿ ਇਹ ਪਣਡੁੱਬੀ ਕਾਰਜਸ਼ੀਲ ਹੈ ਜਾਂ ਨਹੀਂ। ਉੱਤਰੀ ਕੋਰੀਆਈ ਨੇ ਅਜੇ ਤੱਕ ਇਹ ਪ੍ਰਦਰਸ਼ਿਤ ਕਰਨਾ ਹੈ ਕਿ ਇਹ ਪਰਮਾਣੂ ਸਮਰੱਥ ਮਿਜ਼ਾਈਲਾਂ ਨੂੰ ਸਫਲਤਾਪੂਰਵਕ ਦਾਗ ਸਕਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜਹਾਜ਼ ਨੂੰ ਛੋਟੀ ਦੂਰੀ ਦੀ ਪਣਡੁੱਬੀ ਲਾਂਚ ਕਰੂਜ਼ ਮਿਜ਼ਾਈਲਾਂ ਲਿਜਾਣ ਲਈ ਤਿਆਰ ਕੀਤਾ ਗਿਆ ਹੈ ਜੋ ਖੇਤਰੀ ਟੀਚਿਆਂ ਤੇ ਹਮਲਾ ਕਰਨ ਦੇ ਸਮਰੱਥ ਹਨ। ਉੱਥੇ ਹੀ ਦੱਖਣੀ ਕੋਰੀਆ ਨੇ ਲਾਂਚ ਦੀ ਨਿੰਦਾ ਕੀਤੀ ਹੈ ਅਤੇ ਸਭ ਦੀ ਸਮਰੱਥਾ ਤੇ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਉੱਤਰ ਨੇ ਉਹਨਾਂ ਨੂੰ ਵਧਾ ਚੜਾ ਕੇ ਦੱਸਿਆ ਹੈ, ਜਿਸ ਤੇ ਜਾਪਾਨ ਨੇ ਵੀ ਆਪਣੀ ਬੇਚੈਨੀ ਜ਼ਾਹਰ ਕੀਤੀ ਹੈ। ਮੁੱਖ ਕੈਬਨਿਟ ਸਕੱਤਰ ਹੀਰੋਕਾਜ਼ੂ ਮਾਤਸੂਨੋ ਨੇ ਕਿਹਾ ਕਿ ਉੱਤਰੀ ਕੋਰੀਆ ਦੀ ਫੌਜੀ ਗਤੀਵਿਧੀ ਸਾਡੇ ਦੇਸ਼ ਦੀ ਸੁਰੱਖਿਆ ਲਈ ਪਹਿਲਾਂ ਨਾਲੋਂ ਜ਼ਿਆਦਾ ਗੰਭੀਰ ਅਤੇ ਵਧੇਰੇ ਖਤਰਾ ਪੈਦਾ ਕਰ ਰਹੀ ਹੈ। ਉੱਤਰੀ ਕੋਰੀਆ ਨੇ 2022 ਵਿੱਚ ਕੀਤੇ ਗਏ ਪ੍ਰੀਖਣਾਂ ਵਿੱਚ ਮਹੱਤਵਪੂਰਨ ਵਾਧੇ ਤੋਂ ਬਾਅਦ ਇਸ ਸਾਲ ਬਲਿਸਟਿਕ ਤੇ ਕਰੂਜ਼ ਮਿਜ਼ਾਈਲਾਂ ਦੇ ਨਿਯਮਿਤ ਪ੍ਰੀਖਣ ਵੀ ਜਾਰੀ ਰੱਖੇ ਹਨ। ਪਣਡੁੱਬੀ ਦਾ ਖੁਲਾਸਾ ਉੱਤਰੀ ਕੋਰੀਆ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਤੋਂ ਕੁਝ ਦਿਨ ਪਹਿਲਾਂ ਆਇਆ ਹੈ। ਸਰਕਾਰੀ ਮੀਡੀਆ ਨੇ ਕਿਹਾ ਹੈ ਕਿ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਇੱਕ ਚੀਨੀ ਵਫਦ ਭੇਜਿਆ ਜਾਵੇਗਾ। ਇਹ ਰਿਪੋਰਟਾਂ ਵੀ ਹਨ ਕਿ ਕਿਮ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲਣ ਲਈ ਇਸ ਮਹੀਨੇ ਰੂਸ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ। ਅਜਿਹੀਆਂ ਚਿੰਤਾਵਾਂ ਹਨ ਕਿ ਬਦਲੇ ਵਿੱਚ ਉੱਤਰੀ ਕੋਰੀਆ ਮਾਸਕੋ ਤੋਂ ਆਧੁਨਿਕ ਹਥਿਆਰਾਂ ਦੀ ਟੈਕਨੋਲੋਜੀ ਦੀ ਮੰਗ ਕਰ ਸਕਦਾ ਹੈ। ਮੋਨਿਕ ਲਾਗ੍ਰੇਂਸ ਨੂੰ ਐਲਬਰਟਾ ਕੈਥੋਲਿਕ ਸਕੂਲ ਟਰਸਟੀਜ਼ ਐਸੋਸੀਏਸ਼ਨ ਦੇ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਪ੍ਰਧਾਨ ਹੈਰੀ ਸੈਲਮ ਦੁਆਰਾ ਲੰਘੇ ਵੀਰਵਾਰ ਨੂੰ ਦਿੱਤੇ ਗਏ ਇੱਕ ਬਿਆਨ ਵਿੱਚ ਇਸ ਦੀ ਜਾਣਕਾਰੀ ਦਿੱਤੀ ਗਈ। ਇਹ ਫੈਸਲਾ ਇੱਕ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਆਇਆ ਹੈ, ਜਿਸ ਨੂੰ ਬਾਅਦ ਵਿੱਚ ਡਿਲੀਟ ਕਰ ਦਿੱਤਾ ਗਿਆ ਸੀ। ਲਾਗ੍ਰੇਂਸ ਦੇ ਖਾਤੇ ਤੇ ਜਿਸ ਵਿੱਚ ਦੋ ਤਸਵੀਰਾਂ ਦਿਖਾਈਆਂ ਗਈਆਂ ਸਨ, ਇੱਕ ਬੱਚਿਆਂ ਦੇ ਇੱਕ ਸਮੂਹ ਵਿੱਚ ਸਵਾਸਤਿਕ ਦੇ ਨਾਲ ਨਾਜ਼ੀ ਝੰਡੇ ਫੜੇ ਹੋਏ ਸਨ, ਦੂਜਾ ਸਤਰੰਗੀ ਪ੍ਰਾਈਡ ਝੰਡੇ ਫੜੇ ਹੋਏ ਬੱਚਿਆਂ ਦਾ ਇੱਕ ਸਮੂਹ ਹੈ, ਜਿਸ ਤੇ ਕੈਪਸ਼ਨ ਲਿਖਿਆ ਗਿਆ ਹੈ ਕਿ ਬ੍ਰੇਨ ਵਾਸ਼ਿੰਗ ਇਜ਼ ਬ੍ਰੇਨ ਵਾਸ਼ਿੰਗ। ਸਾਲਮ ਨੇ ਬਿਆਨ ਵਿੱਚ ਕਿਹਾ ਕਿ ਸਾਡੇ ਕੈਥੋਲਿਕ ਸਕੂਲ ਸਾਰੇ ਵਿਦਿਆਰਥੀਆਂ ਨੂੰ ਉਹਨਾਂ ਦੇ ਲਿੰਗੀ ਝੁਕਾਅ ਅਤੇ ਲਿੰਗ ਪ੍ਰਗਟਾਵੇ ਦੀ ਪਰਵਾਹ ਕੀਤੇ ਬਿਨਾਂ ਉਸ ਦੇ ਚਿੱਤਰ ਵਿੱਚ ਬਣਾਏ ਗਏ ਪਰਮੇਸ਼ਰ ਦੇ ਤੋਹਫੇ ਵਜੋਂ ਪਿਆਰ ਕਰਦੇ ਹਨ। ਐਲਬਰਟਾ ਕੈਥੋਲਿਕ ਸਕੂਲ ਟਰਸਟੀਜ਼ ਐਸੋਸੀਏਸ਼ਨ ਨੇ ਅੱਗੇ ਕਿਹਾ ਕਿ ਸਾਡੇ ਬੋਰਡ ਵਿੱਚੋਂ ਕਿਸੇ ਪ੍ਰਤੀਨਿਧੀ ਨੂੰ ਹਟਾਉਣਾ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਅਸੀਂ ਹਲਕੇ ਵਿੱਚ ਲੈਂਦੇ ਹਾਂ, ਪਰ ਲਾਗ੍ਰੇਂਸ ਦੀ ਪੋਸਟ ਇੱਕ ਡਾਇਰੈਕਟਰ ਦੇ ਅਹੁਦੇ ਵਜੋਂ ਅਸਧਾਰਨ ਸੀ। ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਐਲਬਰਟਾ ਟੀਚਰਸ ਐਸੋਸੀਏਸ਼ਨ ਨੇ ਰੈਡ ਡੀਅਰ ਕੈਥੋਲਿਕ ਸਕੂਲ ਦੇ ਟਰਸਟੀ ਲਾਗ੍ਰੇਂਸ ਨੂੰ ਅਹੁਦੇ ਤੋਂ ਅਸਤੀਫਾ ਦੇਣ ਜਾਂ ਪਾਬੰਦੀਆਂ ਦਾ ਸਾਹਮਣਾ ਕਰਨ ਲਈ ਕਿਹਾ, ਜਿਸ ਨੂੰ ATA ਦੇ ਪ੍ਰਧਾਨ ਜੇਸਨ ਸ਼ਿਲਿੰਗ ਨੇ ਨਫ਼ਰਤ ਭਰਿਆ ਭਾਸ਼ਣ ਕਿਹਾ। ਰੈਡ ਡੀਅਰ ਕੈਥੋਲਿਕ ਰੀਜਨਲ ਸਕੂਲਾਂ ਨੇ ਕਿਹਾ ਕਿ ਇਸਨੇ ਲਾਗ੍ਰੇਂਸ ਦੇ ਆਚਰਣ ਤੇ ਚਰਚਾ ਕਰਨ ਲਈ ਇੱਕ ਵਿਸ਼ੇਸ਼ ਬੋਰਡ ਮੀਟਿੰਗ ਕੀਤੀ। ਬੋਰਡ ਨੇ ਕਿਹਾ ਕਿ ਉਹ ਸਿੱਖਿਆ ਮੰਤਰੀ ਨੂੰ ਟਰਸਟੀ ਲਾਗ੍ਰੇਂਸ ਦੀ ਬਰਖਾਸਤਗੀ ਬਾਰੇ ਲਿਖ ਰਿਹਾ ਸੀ, ਜਿਸ ਵਿੱਚ ਐਲਬਰਟਾ ਐਜੂਕੇਸ਼ਨ ਨੇ ਕਿਹਾ ਕਿ ਬੋਰਡ ਕੋਲ ਟਰਸਟੀ ਨੂੰ ਅਯੋਗ ਠਹਿਰਾਉਣ ਦੀ ਸਮਰੱਥਾ ਹੈ। ਇਹ ਮਾਮਲਾ ਇਸ ਸਮੇਂ ਬੋਰਡ ਕੋਲ ਹੈ, ਜਿਸ ਕੋਲ ਇੱਕ ਮੌਜੂਦਾ ਟਰਸਟੀ ਨੂੰ ਅਯੋਗ ਠਹਿਰਾਉਣ ਦਾ ਪੂਰਾ ਅਧਿਕਾਰ ਅਤੇ ਖੁਦ ਮੁਖਤਿਆਰੀ ਹੈ। ਸਿੱਖਿਆ ਮੰਤਰੀ ਡੈਮੇਟ੍ਰੀਓਸ ਨਿਕੋਲਾਈਡਸ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ, ਬੋਰਡ ਨੇ ਸੰਕੇਤ ਦਿੱਤਾ ਹੈ ਕਿ ਉਹ ਚੋਣ ਜ਼ਾਬਤੇ ਬਾਰੇ ਸਲਾਹ ਲੈ ਰਹੇ ਹਨ ਅਤੇ ਫਿਰ ਉਸ ਅਨੁਸਾਰ ਅੱਗੇ ਵਧਣਗੇ। ਉਹਨਾਂ ਨੇ ਕਿਹਾ ਕਿ ਬੋਰਡ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਉਹ ਇਸ ਨੂੰ ਜਲਦੀ ਅਤੇ ਪ੍ਰਭਾਵੀ ਤਰੀਕੇ ਨਾਲ ਸੰਭਾਲਣਗੇ। ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।